सब देखने और सुनने वालों की खिदमत में मोहब्बत भरा सलाम। यकूब साहब इटली से हमारे साथ हैं। यकूब साहब, मौसम कैसा है इटली का? गर्मी बड़ी है। अभी भी गर्मी है? बड़ी सख्त गर्मी है। ऐसी तो ये पखा ला के सोनी दिहाड़ी तो किसी वे चलाईदा, राती तो बगैर पखे तो सौन ही नहीं होंगे। ਤੁਹਾਡੀ ਖੈਰ ਹੋ ਜੇ। लेकिन ये चंगी गल जे कि गर्म मौसम है, क्योंकि सरद भी बड़ा डिस्टर्ब करता ना ਤੁਹਾਡੀ उम्र ਦੇ ਵਿੱਚ। जिस साहब करते हैं ना तो पाकिस्तान ਜਿਹੜਾ ਨਾ सेम पाकिस्तान ਦਾ ਰਕਬਾ ਵੀ ਤੇ मौसम भी सेम पाकिस्तान वाला। अच्छा, सवाए एक ਜਿਹੜਾ आराम जानवर ਛੱਡ ਕੇ बाकी सारे जानवर मौसम जमीन फ्रूट खान पीन इटली ਤੇ पाकिस्तान 99% सेम जे। अच्छा। कुछ पहाड़ी इलाके अद्धा इटली पहाड़ है, बड़ी सख्त सर्दी है, 12 महीने रजाई लैके समो। असं रहने प्लेन इलाके च, इतने मकई भी बेसाबी होंगी जे, चावल भी बेसाबा होंगे जे, जवार भी होंगी जे, कनक भी होंगी जे। इतने कोई मतलब कहते गर्मी से जिथे हम मुंजी होती है हिसाब ला लो कि गर्मी होती है। इतने मकान जे किसी ने रहना है किराए ते 2-4-6 महीने लिए सर्दियां च, की किराया शराया होंदा है ਜਿਹੜੇ ਤੁਸੀਂ ਇਲਾਕੇ 'ਚ ਰਹਿੰਦੇ ਜੀ? ਜੇ ਤੇ ਚੰਗਾ ਮਕਾਨ ਲਈਏ ਨਾ ਛੋਟੀ ਦਾ, ਜਿਹੜੇ ਏਰੀਏ 'ਚ ਮੈਂ ਰਹਿਣਾ ਜਵੇਦ ਸਾਹਿਬ ਉੱਥੇ ਦੀ ਗੱਲ ਕਰਨੀ ਆ ਨਾ, ਹਾਂਜੀ, ਤੇ ਫੇਰ ਤੇ ਲੱਭਦਾ 600 ਰੁਪਏ 'ਚ। ਅੱਛਾ। ਤੇ ਜੇ ਲਈਏ ਨਾ ਨਾਰਮਲ ਮਕਾਨ 2 ਕਮਰੇ ਦਾ ਕਿਚਨ ਬਾਨੀਓ ਸੁਥਰਾ ਵੇਚ ਕੇ ਜਿਹਨੂੰ ਅਸੀਂ ਬੈਠ ਕਰਦੇ ਆ, ਇਹ ਸਾਲ ਆਖਦੇ ਨੇ ਉਹਨੂੰ 2 ਕਮਰੇ ਦਾ ਮਕਾਨ ਆਖਦੇ ਨੇ, ਕਿਉਂਕਿ ਕਿਚਨ ਤੇ ਲਾਜ਼ਮੀ ਵਿੱਚ ਸਾਲ ਵੀ ਇਹ ਤੇ ਟਾਇਲਟ ਬਾਥ ਹਰ ਮਕਾਨ ਹੀ ਹੈ, ਯਾਰ ਦੱਸਣ ਦੀ ਲੋੜ ਹੀ ਕੋਈ ਨਹੀਂ। ਜੇ ਲੋ ਮਕਾਨ 2 ਕਮਰੇ ਦਾ ਜਿਹਦੇ 4 ਬੰਦੇ ਰਹਿ ਸਕਦੇ ਨੇ ਤੇ ਫਿਰ ਜੇ 400 ਰੁਪਏ ਦਾ। ਜੇ ਲੋ ਮਕਾਨ 3 ਕਮਰੇ ਦਾ ਜਾਂ 4 ਕਮਰੇ ਦਾ ਵੱਡਾ, ਜਿਹਨੂੰ ਇੱਥੇ ਵਿਲਾ ਆਖਦੇ ਨੇ, ਅਸੀਂ ਪਾਕਿਸਤਾਨ ਕੋਠੀ ਆਖਦੇ ਹਾਂ। ਮੈਂ ਸਮਝ ਗਿਆ। 600 ਰੁਪਏ ਦਾ ਅਗਲਾ। ਅੱਛਾ, 600 ਦਾ ਲੱਭ ਜਾਂਦਾ। ਠੀਕ ਹੈ। ਇਹ ਦੱਸੋ ਕਿ ਇੱਥੋਂ 에ਅਰਪੋਰਟ ਕਿੰਨੀ ਦੂਰ ਹੈ ਤੁਹਾਡੇ ਸ਼ਹਿਰ ਤੋਂ? ਮੇਰੇ ਜੀ 2-3 에ਅਰਪੋਰਟ ਲੱਗਦੇ ਨੇ, ਇੱਕ ਸੱਜੇ, ਇੱਕ ਖੱਬੇ, ਇੱਕ ਸਿੱਧੇ। ਜਿਹੜਾ ਵੱਡਾ ਪੁਰਾਣਾ 에ਅਰਪੋਰਟ ਹੈ, ਹੁਣ ਕਾਫੀ ਇਟਲੀ 에ਅਰਪੋਰਟ ਖੁੱਲ ਗਏ ਨੇ, 3-4 에ਅਰਪੋਰਟਾਂ ਤੋਂ ਪਾਕਿਸਤਾਨ ਫਲਾਈਟ ਜਾਂਦੀ। ਪਹਿਲਾਂ ਇੱਕੋ ਹੀ 에ਅਰਪੋਰਟ, ਜਦੋਂ ਮੈਂ ਨਵਾਂ ਇਟਲੀ 'ਚ ਆਇਆ ਨਾ 1995 'ਚ, ਉਦੋਂ ਇੱਕੋ ਹੀ 에ਅਰਪੋਰਟ ਸੀ। ਉਸ ਵਕਤ ਇੱਕੋ ਹੀ 에ਅਰਪੋਰਟ ਦਾ ਰੂਮ ਜਿਹੜਾ ਕੈਪੀਟਲ ਇਹਨਾਂ ਦਾ ਇੱਥੋਂ 650-700 ਕਿਲੋਮੀਟਰ ਹੈ। ਤੇ ਸਾਡੀ ਅੰਬੈਸੀ ਵੀ ਉੱਥੇ ਹੀ, ਅਸੀਂ ਪਾਸਪੋਰਟ ਬਣਵਾਉਣਾ ਉੱਥੇ ਜਾਣਾ, ਸ਼ਨਾਖਤੀ ਕਾਰਡ ਬਣਵਾਉਣਾ ਉੱਥੇ ਜਾਣਾ, ਸਾਡਾ ਟੈਗਾ ਨਾ ਕੰਮ ਹੋਣਾ ਉੱਥੇ ਜਾਂਦੇ। ਹੁਣ ਅੱਜ ਕੱਲ੍ਹ ਇਹ ਜਿਹੜਾ ਸੈਕੰਡ ਕੈਪੀਟਲ ਜਿਸ ਤਰ੍ਹਾਂ ਸਊਦੀ ਅਰਬ ਦਾ ਉਂਝ ਜਿਹੜਾ ਉਹ ਰਿਆਜ਼ ਹੈ, ਲੇਕਿਨ ਗਰਮੀਆਂ 'ਚ ਮੈਂ ਉਸ ਸ਼ਹਿਰ 'ਚ ਰਿਹਾ, ਸਾਲ ਟਰੱਕ ਚਲਾਇਆ ਪੂਰਾ ਮੈਂ, ਤਾਇਫ ਸ਼ਹਿਰ, ਮੱਕੇ ਸ਼ਰੀਫ ਤੋਂ ਤਕਰੀਬਨ ਘੰਟੇ ਦਾ ਸਫ਼ਰ ਹੈ। ਪਹਾੜੀ ਚੜ੍ਹੋ ਤੇ ਤੋਏ ਹੈ, ਥੱਲੇ ਉਤਰੀਏ ਤੇ ਮੱਕਾ ਸ਼ਰੀਫ ਹੈ। ਤੇ ਸੇਮ ਇੱਥੇ ਪੋਜੀਸ਼ਨ ਹੈ। ਹੁਣ ਇੱਕ ਸੈਕੰਡ ਕੈਪੀਟਲ ਇਹਨਾਂ ਦਾ ਮਿਲਾਨ, ਇਹ ਬੜਾ ਵੱਡਾ ਸੂਬਾ ਹੈ। ਇੱਥੇ ਕਿੰਨੀ ਦੂਰ ਹੈ ਤੁਹਾਡੇ ਤੋਂ ਮਿਲਾਨ? ਦੇ ਪਾਸੇ ਕੰਮ ਘੱਟ ਹੈ। ਮਿਲਾਨ ਕਿੰਨੀ ਦੂਰ ਹੈ ਤੁਹਾਡੇ ਤੋਂ? ਮਿਲਾਨ ਸਾਡੇ ਤੋਂ 2 ਘੰਟੇ ਲੱਗ ਜਾਂਦੇ ਨੇ ਤਕਰੀਬਨ। ਜਿਹੜਾ ਨਾ ਮਿਲਾਨ ਜਿਹੜਾ ਹੁਣ 에ਅਰਪੋਰਟ ਬਣੇ ਆ ਇੱਥੋਂ, ਜਿਹੜਾ ਮਿਲਾਨ 에ਅਰਪੋਰਟ ਹੈ, ਹੁਣ ਅਸੀਂ ਮਾਲ ਪੈਂਸਾ ਨਾ ਜਗ੍ਹਾ ਦਾ ਮਾਲ ਪੈਂਸਾ ਦੇ ਨਾਲ ਉਂਝ ਮਿਲਾਨ ਦੇ ਨੇੜੇ ਹੈ, ਉਹ ਤਕਰੀਬਨ 150 ਕਿਲੋਮੀਟਰ। ਨਹੀਂ ਤਾਂ ਟ੍ਰੇਨ ਸ਼ੇਨ ਜਾਂਦੀ ਤੁਹਾਡੇ ਸ਼ਹਿਰ 'ਚ ਕਿ ਅਗਰ ਕਿਸੇ ਨੇ ਟ੍ਰੇਨ ਤੇ ਜਾਣਾ ਹੈ ਤੇ ਉੱਥੇ ਹੈ ਇੰਤਜ਼ਾਮ ਕਿ ਕੋਈ ਟ੍ਰੇਨ ਨਹੀਂ? ਟ੍ਰੇਨ ਤੇ ਇਟਲੀ 'ਚ ਜਵੇ ਸਭ ਚੱਪੇ ਚੱਪੇ ਦੀ ਜਾਂਦੀ ਯਾਰ। ਪਿੰਡ ਟ੍ਰੇਨ ਤੇ ਪੂਰੇ ਮੁਲਕ ਦੀ ਛਾਈ ਜੇ, ਇਹ ਸਾਡੀਆਂ ਪਿੰਡਾਂ ਦੀਆਂ ਸੜਕਾਂ ਦੀ ਚਵੋ ਪਾਸੇ ਜਿਹੜੇ ਬੱਲੇ ਦੇ ਮਰਜ਼ੀ ਚੜ ਕੇ ਆ ਜਾਓ। ਅੱਛਾ ਚਲੋ, ਪ੍ਰੋਗਰਾਮ ਹੁਣ ਤੁਹਾਡੇ ਨਾਲ ਕਰ ਲਈਏ, ਗੱਪਸ਼ਪ ਹੋ ਗਈ, ਪ੍ਰੋਗਰਾਮ ਰਿਕਾਰਡ ਹੋ ਗਿਆ। ਜੇ ਮੈਂ ਗਿਆ ਮਾਰ ਤੇ ਮੇਰੀ ਫਾਤਿਹਾ ਪੜਿਓ, ਦੁਆ ਕਰ ਲਿਓ ਤੁਹਾਡੀ ਮੇਰ। ਅੱਲਾ ਰਹਿਮ ਕਰੇ। ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਜੀ? ਆਉਣਾ ਤੇ ਮੇਰੇ ਕੋਲ ਆਵਿਓ, ਮੈਂ ਤੁਹਾਡਾ ਹਾਂ, ਬਗੈਰ ਤੁਹਾਨੂੰ ਕਿਰਾਏ ਤੂੰ ਮੈਂ ਮਕਾਨ ਕਿਰਾਏ ਤੇ ਲੈ ਕੇ ਜਾਵਾਂਗਾ, ਹੋਟਲ ਲੈ ਕੇ ਜਾਵਾਂਗਾ। ਉਹ ਤੁਸੀਂ ਮੈਂ ਕਹਿ ਰਿਹਾ ਅੱਲਾ ਮੀਆਂ ਤੁਹਾਨੂੰ ਲੰਬੀ ਜ਼ਿੰਦਗੀ ਦੇ, ਅੱਛਾ ਸੋਚਿਆ ਕਰੋ। ਨਹੀਂ, ਜ਼ਿੰਦਗੀ ਮੌਤ ਜਵੇ ਸਾਹਿਬ ਲਾਜ਼ਮੀ ਜਾਣੇ। ਉਹ 30 ਪੈਗੰਬਰ ਗਏ ਨੇ, ਨਬੀ ਪਾਕ ਦੀ ਉਮਰ 63 ਸਾਲ ਹੋਈ ਹੈ, ਤੇ ਜਿਹੜੇ ਆਸ਼ਕੇ ਰਸੂਲ ਹੈ ਉਹਨਾਂ ਕਮਾਲ ਮਕਾਮ ਪਾਇਆ। ਇਹ ਆਸ਼ਕਾਂ ਦੀ ਕਬੂਲ ਹੁੰਦੀ ਹੈ, ਸਾਡੀ ਗੁਨਾਹਗਾਰਾਂ ਦੀ ਕਦੇ ਹੀ ਹੁੰਦੀ ਹੈ। ਅੱਛਾ, ਮੈਨੂੰ ਆਸ਼ਕੇ ਰਸੂਲ ਤੋਂ ਯਾਦ ਆ ਗਿਆ, ਮਸ਼ਰਕ ਰਾਮਾ ਇਕਬਾਲ ਨੇ ਆਸ਼ਕੇ ਰਸੂਲ। ਅੱਛਾ, ਆਸ਼ਕੇ ਰਸੂਲ ਤੋਂ ਇੱਕ ਗੱਲ ਯਾਦ ਆ ਗਈ। ਅੱਜ ਉਹ ਪਾਕਿਸਤਾਨ ਉਹਨਾਂ ਨੇ ਅਜ਼ਾਨਾਂ ਦੇਣੀਆਂ PTI ਨੇ, ਔਰ ਕਈ ਆਸ਼ਕੇ ਰਸੂਲ ਜਿਹੜੇ ਫਤਵੇ ਲਾ ਰਹੇ ਨੇ ਆ ਕੇ ਕਿ ਅਜ਼ਾਨਾਂ ਨਹੀਂ ਤੁਸੀਂ ਦੇ ਸਕਦੇ, ਟਾਈਮ ਤੇ ਅਜ਼ਾਨ ਦੇ ਸਕਦੇ ਜੀ। ਪਰ ਜੋ ਸਭ ਬੰਦਾ ਕੀ ਆ ਸਕਦਾ, ਤੁਹਾਨੂੰ ਦੱਸਿਆ ਨਾ ਮੈਂ ਅੱਗੇ ਵੀ ਰੋਜ਼ ਆਖੀ ਦਾ ਮਦਦ ਦੀ ਗੱਲ ਕਰੀਏ ਤੇ ਫਿਰ ਟਾਈਮ ਦਾ ਆਇਆ। ਅਸਲ ਗੱਲ ਇਹ ਹੈ ਕਿ ਅੱਲਾ ਦੀ ਜ਼ਾਤ ਨੇ ਇਸ ਦੁਨੀਆ ਤੇ ਸੈਂਕੜੇ ਮਜ਼ਹਬ ਜੇ, ਤੇ ਇਹ ਅੱਲਾ ਨੇ ਫਰਮਾਇਆ ਕਿ ਇੱਕ ਹੀ ਮੇਰਾ ਮਜ਼ਹਬ ਜਨਤੀ ਹੈ, ਬਾਕੀ ਸਭ ਜਨਮੀ ਜੇ। ਜਿਹੜਾ ਨਬੀ ਪਾਕ ਉਹਨੂੰ ਖਾਤਮ ਨਬੀयीन ਮੰਨਦਾ,
ਕਿ ਕੁਰਾਨ ਪਾਕ ਨੂੰ ਆਖਰੀ ਕਿਤਾਬ ਮੰਨਦਾ, ਜਿਹੜਾ ਕੁਰਾਨ ਪਾਕ ਤੇ ਅਮਲ ਕਰਦਾ ਉਹ ਹੀ ਜਨਤੀ ਜੇ। ਬਾਕੀ ਆਪਣੇ ਘਰ ਪੁੱਛੋ ਸਾਰੇ ਠੀਕ ਨੇ, ਸਾਰੇ ਰੰਗ ਰੰਗ ਦੀਆਂ ਪੱਗਾਂ ਬੰਨੀਆਂ, ਨੂਰਾਨੀ ਚਿਹਰੇ ਨੇ, ਟੀਵੀ ਤੇ ਆਉਂਦੇ ਨੇ ਜੋ ਬਾਂਦਰਾਂ ਨੂੰ ਕੁਦਰਦੇ ਨੇ। ਕੀ ਆਖੀਏ ਹੁਣ ਤੁਸੀਂ ਜੇ ਤਾਹਿਰ ਅਸ਼ਰਫੀ ਨੂੰ ਜਾਂ ਮੁਨੀਬਰ ਰਹਿਮਾਨ ਹਰਾਮੀ ਨੂੰ ਜਾਂ ਫਰੰਡੂ ਥਾਈਲੈਂਡ ਨੂੰ ਮੁੰਡੇਬਾਜ਼ ਨੂੰ ਕੱਲਾ ਕਲਾਮੀ ਮਾਫ, ਜੇ ਤੁਸੀਂ ਇਹਨਾਂ ਨੂੰ ਮੌਲਵੀ ਸਮਝਦੇ ਹੋ ਤੇ ਫਿਰ ਅੱਲਾ ਹੀ ਆਸਰ ਹੈ। ਚਲੋ ਛੱਡ ਦਈਏ ਇੱਥੇ ਛੱਡ ਦਈਏ ਇਸ ਗੱਲ ਨੂੰ, ਵਾਰੀ ਵੁਜ਼ੂ ਕਰਨਾ ਪੈ ਜਾਂਦਾ ਜੀ। ਅੱਛਾ ਇੱਥੇ ਛੱਡ ਦਈਏ, ਕੀ ਅੱਜ ਕਹਿਣਾ ਚਾਹੋਗੇ? ਤੁਹਾਨੂੰ ਹੀ ਜ਼ਿਆਦਾ ਟਾਈਮ ਦੇਣਾ ਕਿਉਂਕਿ ਤੁਹਾਡੇ ਨਾਲ ਗੱਪਸ਼ਪ ਹੋਈ, ਤੁਸੀਂ ਦੱਸੋ ਕਹਿਣਾ ਕੀ ਚਾਹੋਗੇ ਅੱਜ ਦੇ ਪ੍ਰੋਗਰਾਮ? ਪਹਿਲਾਂ ਮਤਲਬ ਆਖਰੀ ਗੱਲ ਦੱਸਣਾ, ਫਿਰ ਜੋ ਆਖਦੇ ਉਹ ਕਰਨੇ। ਮੈਂ ਕਰਨਾ ਪਿਆ ਜਦ ਨਾ ਜਵੇਦ ਸਾਹਿਬ ਅਜ਼ਾਨ ਦੇਣੀ, ਅਜ਼ਾਨ ਤੇ ਅੱਲਾ ਦੀ ਕਸਮ ਹੈ ਬਰਤਾਨੀਆ ਤੇ ਅਮਰੀਕਾ ਨੇ ਖੁਦ ਦਵਾਈਆਂ ਨੇ ਮੁਸਲਮਾਨਾਂ ਕੋਲ, ਰੋਣ ਲਾ ਪਏ ਬੰਦੇ ਹੈ। अजान ये अजान क्या है? अल्लाह अकबर, अल्लाह सबसे बड़ा है। अशहदु अल्ला इलाहा इल्लल्लाह, मैं गवाही देना अल्लाह ला शरीक है। अशहदु अन्ना मुहम्मद रसूलुल्लाह ते मुराद सही मुहम्मद मुस्तफा सल्लल्लाहु अलैहि वसल्लम। और जल्दी ਤੁਹਾਨੂੰ ਗੋਲੀ ਕਿਥੇ ਮਾਰ ਮੇਰੀ ਮੌਤ ਤੇ ਆਮੀ ਖੈਯਾ ਲਾ ਸਵਾਲਾ ਖੈਯਾ ਲਾ ਫਾਲਾ। ਓਏ ਅਰਸ਼ੀ ਸ਼ਰੀਫ ਸ਼ਾਇਦ ਨਹੀਂ ਬਣਨ ਦਾ ਇਕਰਾਰ अल्लाह अकबर अल्लाह अकबर ला इलाहा इल्लल्लाह सच बोलो। अल्लाह सब ਨੂੰ ਬੜਾ ਖਾ ਜਾਏਗਾ ਇਹ ਲਾ ਇਲਾਹਾ ਇल्लल्लाह ਤੇ ਆਖਦਾ ਕਮਾਲ ਗੱਲ ਹੈ ਇਮਰਾਨ, ਕਮਾਲ ਗੱਲ ਕਿ ਅੱਲਾਹ ਜਿਹੜੀ ਗੱਲ ਕਰ ਕੋਈ ਬਦਲ अच्छा मेरा सवाल है पाकिस्तान में बकौल इस टाइम जो गवर्नमेंट मरियम ने क्या बड़ी तरक्की हो रही है। मरियम ने कहती कि इमरान खान का दौर जरा वो गुजर चुका है, स्कॉलर का प्रोग्राम ਕੀਤਾ ਸੀ ਉਹਨਾਂ ਨੇ सवाल पूछा तारे बस की तरक्की हो रही ਤੁਸੀਂ ਦੱਸੋ। ਨਾਲ ਖੁਦ ਵੀ ਨਾਲ ਲਈ ਆ ਰਹੀ ਇਮਰਾਨ ਖਾਨ ਦੀ ਇਜਾਜ਼ਤ ਹੈ ਪਾਕਿस्तान ਚ। ਮੈਂ ਜਾਣ ਪੜ ਗਿਆ ਬੰਦਾ ਜੋ ਮੈਂ ਤੱਕ ਨਾਲ ਨਾ ਕੱਢਿਓ ਇਹ ਤਰੱਕੀ ਨਹੀਂ ਕਿ ਜਿਹੜਾ ਬੰਦਾ ਫਿਰ ਪੂਰਾ ਕਰੀ ਉਹਦਾ ਨਾਂ ਨਹੀਂ ਮਿਲਦਾ ਪਿਆ ਫਰੀ ਤਾਂ ਫਿਰ ਮੈਂ ਦੁਪਹਿਰ ਰੋਟੀ ਵੀ ਖਾਣੀ ਬਿਮਾਰ ਖੁਦਾ ਮੈਨੂੰ ਦਾ ਚਿਹਰਾ ਨਾ ਸਹੀ ਵਿਖਾਏ। ਮੈਂ ਤੱਕਣਾ ਮੈਨੂੰ ਅੱਲਾਹ ਲੱਗਦਾ ਮੇਰੀ ਕਸਮ ਮੈਂ ਚਾਰ ਪੰਜ ਬੰਦੇ ਨਾ ਜੇ ਇਹਨਾਂ ਦੀ ਖਬਰ ਆਵੇ ਲਾਜ਼ਮੀ ਸੁਣੀ ਜਾਵੇ ਤੇ ਕੀ ਹੈ ਉਹ ਕਿਹੜੀ ਨਸਲ ਹੈ ਕਿਹੜਾ ਮਜ਼ਹਬ ਹੈ ਕਾਮਲ ਬੰਦੇ ਨੇਕ ਦਾ ਇਹ ਤਬਦੀਲੀ ਨਹੀਂ। ਮੈਂ ਪ੍ਰੋਗਰਾਮ ਕੋਈ ਇਖਤਿਆਰ ਨਹੀਂ ਕਰਕੇ ਨਾ ਜਿਹੜੀ ਨਵਾਜ਼ ਸ਼ਰੀਫ ਦੀ ਸ਼ਬਾਜ਼ ਸ਼ਰੀਫ ਦੀ ਇਹ ਜ਼ਿੰਮੇਦਾਰ ਨੇ ਜਾਂ ਚਾਰ ਪੰਜ ਕਿ ਜਿਹੜੇ ਬੰਦੇ ਨੂੰ ਸਾਈਕਲ ਮੰਗਿਆ ਕੋਈ ਨਾ ਦਿੰਦਾ ਮੈਂ ਉਹ ਬੰਦਾ ਪੂਰੇ ਮੁਲਕ ਨੂੰ ਰੂਲ ਕਰਦਾ ਕਰਨ ਦੀ ਕਹਿੰਦਾ ਜਿਹੜੀ ਰਾਨੀ ਨੇ ਸਾਰੀ ਹਲੇ ਮੂੰਹ ਕਰਕੇ ਨਾ ਵੁਜ਼ੂ ਨਹੀਂ ਕੀਤਾ, ਕਲਮਾ ਨਹੀਂ ਪੜਿਆ, ਇਹ ਨਹੀਂ ਪਤਾ ਮੈਂ ਦੁਨੀਆ ਦੇ ਕਿੱਥੋਂ ਆਈ ਹਾਂ, ਇਹ ਨਹੀਂ ਪਤਾ ਮੇਰਾ ਦਾਦਾ ਤੁਸੀਂ ਇਹ ਕਿਹੜੀ ਗੱਲ ਕਰਦੇ ਮੇਰਾ ਕਿਹੜਾ ਜਿਹੜੀ ਮੈਂ ਦੁਨੀਆ ਦੇ ਆਈ ਕਿਉਂ ਕਰਨਾ ਫਿਰ ਤੁਸੀਂ ਮੈਂ ਕਿ ਜਲਦੀ ਲਿੰਗੀ ਗਏ ਮੈਨੂੰ ਕਿਹੜੇ ਕਰਨਾ ਮੈਂ ਪੂਰੇ ਕਰਕੇ ਦੱਸ ਰਿਹਾ ਵੀਡੀਓ ਪੜੇ ਨਾ ਪੂਰੀ ਟ੍ਰੇਨਿੰਗ ਕਰ ਮੈਂ ਉਹਦੇ ਕਹਿੰਦੀ ਕਿ ਉਹ ਮਰੀਮ ਨੇ ਕਿਹਾ ਕਿ ਮੈਂ ਨਮਾਜ਼ ਦੀ ਨਾਲ ਹੀ ਸਾਰਾ ਸਿਸਟਮ ਚਲਾਉਣੀ ਹੈ ਸੁਬਹ ਦਾ ਆਗਾਜ਼ ਨਹੀਂ। ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਪਹਿਲੀ ਗੇਮ ਤੇ ਬੋਲ ਹੋਇਆ ਸੁਣ ਕੋਈ ਚੁੱਕਣ ਨਹੀਂ ਲਗਾ ਮਰੀਮ ਮਨੂੰ ਜਵੇਦ ਸਾਹਿਬ ਸ਼ਾਇਦ ਮਰੀਮ ਨਾਲ ਬੜਾ ਦੋ ਤਰੇ ਬੜੀ ਇਮਾਨ ਸਾਡੇ ਉਹ ਨਬੀ ਪਾਕ ਜਦ ਮੈਂ ਗੱਲ ਕਰਦਾ ਨਾ ਜੀ अल्लाह ने पैगंबर है नबी है कौम की गैरत है। मैं अर्ज करना पे ना तो बड़ा अजीब खुदा करो और देखो ना मैं तो नाल क्या हो गया हुन ओ आए तो मैं 30-40 फलानी जिन्ना नुकसान हो गया दोवें हराम दे नहीं तुसी एक दिहाड़ी राय नहीं कर सकदे अपने मुल्क वास्ते। एक ते दूजी गल जवेद साहब ये है कि मैं तुहानू दसां मैं तुसी ये दसो मैनू जो कुछ होया ਉਹਦਾ ਨਾਂ ਹੈ ਜਲਾਲਪੁਰ ਪੀਰ ਵਾਲਾ। ਮੈਨੂੰ ਪਰਸੋਂ ਭੁੱਲ ਗਿਆ ਸੀ ਤੁਹਾਡੇ ਪ੍ਰੋਗਰਾਮ ਵਿੱਚ। ਯਕੀਨ ਕਰੋ ਜਿਹਦੇ ਚ ਅਲਾਲ ਜਿਹੜੀ ਰੱਤੀ ਨੇ ਮੁਸਲਮਾਨ ਹੈ, ਜਿਹਦੇ ਚ ਖੌਫੇ ਖੁਦਾ ਹੈ। ਤੱਕਿਆ ਜੇ ਬੇਜ਼ੁਬਾਨ ਮਾਲ ਮੱਝਾਂ, ਕਿਉਂਕਿ ਮੈਂ ਜੱਟਾਂ ਦਾ ਪੁੱਤਰ ਆ, ਅਸੀਂ ਮੱਝਾਂ ਹੀ ਤੱਕੀਏ ਨੇ, ਦੌਲਤ ਤੱਕੀ ਕੋਈ ਨਹੀਂ, ਜਾਂ ਗਾਵਾਂ ਤੱਕੀਆਂ ਜਾਂ ਬੱਕਰੀਆਂ, ਰੇੜੇ ਆਪਣੇ ਭਰੇ ਆ। ਜਿਹੜੀ ਮੱਝ ਦੁੱਧ ਦਿੰਦੀਆਂ ਨੇ ਜਵੇਦ ਸਾਹਿਬ 12-14 ਕਿਲੋ ਸਾਰੇ ਸੁਣਦੇ ਨੇ ਪਾਕਿਸਤਾਨੀ ਜ਼ਮੀਨਦਾਰ ਬੰਦੇ ਤੇ। ਖੌਫੇ ਖੁਦਾ ਕਰੋ ਜ਼ਾਲਮੋ, ਤੱਕੋ ਜਿਹੜੀ ਮੱਝ ਜਵੇਦ ਸਾਹਿਬ 12-14 ਕਿਲੋ ਦੁੱਧ ਦਿੰਦੀ ਹੈ ਨਾ, ਉਹ ਮੱਝ ਡੀਗਦੀ ਰੀਂਗਣ ਲੱਗ ਪੈਂਦੀ ਹੈ ਪਰ ਜਲਦੀ ਮੈਨੂੰ ਉਹਦੇ ਕੋਲ ਦੁੱਧ ਬਰਦਾਸ਼ਤ ਨਹੀਂ ਹੁੰਦਾ। ਤੇ ਹਜ਼ਾਰਾਂ ਮੱਝਾਂ ਜਿਹੜੀਆਂ ਤਾਜ਼ੀਆਂ ਸੂਈਆਂ ਮਿਲਦੀਆਂ ਦੁੱਧ ਚੁੱਕ ਕੇ 5-5 ਫੁੱਟ ਪਾਣੀ ਧੌਣ ਬਾਅਦ ਬਾਕੀ ਪੂਰੀ ਮੱਝ ਡੁੱਬੀਆਂ ਰਹੀਆਂ ਨੇ, ਵਿੱਚ ਹੀ ਮਰ ਗਈਆਂ ਨੇ। ਤੁਸੀਂ ਜਵੇਦ ਸਾਹਿਬ ਆਖਦੇ ਹੋ ਇਹ ਹਕੂਮਤ ਹੈ ਜਾਂ ਇਹ ਫੌਜ ਹੈ। ਮੈਂ ਇਹਨੂੰ ਆਪਣੀ ਫੌਜ ਨਹੀਂ ਮੰਨਦਾ ਜਿਹਨੇ ਇਹਨਾਂ ਨੂੰ ਮਨਾ ਕੀਤਾ। ਮੈਂ ਕਹਿੰਦਾ ਸਾਡੀ ਫੌਜ ਤੇ ਖੁਦਾ ਦਾ ਅਜ਼ਾਬ ਕਿਉਂ ਨਹੀਂ ਪਿਆ ਹੁੰਦਾ? ਲੱਖਾਂ ਜਾਨਵਰ ਮਰ ਗਿਆ ਪਾਣੀ 'ਚ, ਸਾਡੀ ਫੌਜ ਕੋਲ ਉੱਥੇ ਜਾ ਕੇ ਲੱਗੇ ਨੇ ਨਗਮੇ ਬੰਦੇ ਕੁੱਦਦੇ ਨੇ ਮੱਕੇ ਸ਼ਰੀਫ ਤੇ ਮਦੀਨੇ ਸ਼ਰੀਫ। ਉਹ ਪੂਰੇ ਮੱਕੇ ਸ਼ਰੀਫ ਤੇ ਮਦੀਨੇ ਸ਼ਰੀਫ ਨੂੰ ਮੁਸਲਮਾਨ ਸਾਰੇ ਪੈਦਲ ਜਾ ਕੇ ਵੀ ਕਿਸੇ ਨੂੰ ਨਹੀਂ ਆਮਦ ਦੇਣ ਲੱਗੇ ਉੱਥੇ। ਮੇਰਾ ਈਮਾਨ ਹੈ ਅਰਬਾਬਾਦੀ ਹੈ। ਖਾਨੇ ਕਾਬਲ ਤੇ
जनाब जी जे मदीने वो वक्त आमने नहीं पहले ही कुरान पाए लिखे है कि दज्जाल हर जगह से फिर मदीने शरीफ नहीं पहुंच सकता। तुम कि लिहाज पे करते हो क्या ड्रामा लाए जाते अल्लाह के घर की अल्लाह खुद फायदा जमा रहे है तुम तमाशा लाए है अंदरों तुम होर मुआदे किए ने उस तमाशा लाए ड्रामाबाजी बच्चे पागल समझते हो। जे मैं आना अकल रखना बुढ़ा बीमार बंदा चिट्टा पढ़ होके दस माता पढ़े हैं जेडे ग्रेजुएट डिग्रियां लईए ने जेडे बड़े बड़े फिलासफर जी वो नहीं समझते पे कि तुसी के करदे हो। जवेद साहब वो डंगर खलोते पानी च कसम खुदा दी तक कि मैं रोन लग पिया घर दिया दी कर मरिया बीमार है क्यों रोना है। मैं क्या बेजुबान मालन की होंदा पिया साडे मुल्क विच साडी 7 लाख फौज है साडे कोल टैंक ने गड्डियां पानी दे तुरन वालियां ने हेलीकाप्टर ने साडा 400 पिल्ला एमपी एमएनए जे आर एमएनए एमपीए पिल्ला पिल्ले धियां दी कमाई तनखा लैंदे ने जे ओ जालिम दे बच्चे अपने हल्के च आंदे और 200 पिंड चो एक बंदा भी गैसमान ला लेंदे ते ट्यूबां लेंदे ते खुद ट्यूब ते तरदे अल्लाह दी कसम एक बंदा नहीं मरन देंदे। जे साडी कौम च गैरत है जे एक ईमान दा वाल जे जितने बंदे ऐसे ने ये ना तकोगे पीपल पार्टी का नून लीग का MQM का फलंडू थाईलैंड का या ANP का जेड़े बंदे चौहां सूबे च हूं हुकूमत ने सैनल ने वजीर है वजीर आजम है ब्यूरोक्रेसी है पुलिस है फौज है जे तुसी अपने बाप दियो इन्हां दी कैमरे की फोटो खिंचो सलाब लवे ये तुहानू नजर आ जाए किधरे इन्हां दा ओ शर करो जो कुरान पाक लिखिया जालिम दा जालिम ने तुहाडे कोल वोटां लैके ते आपू बैठे ने पार्लीमेंट च गड्डियां कीमती ते मराठा ते विके ने गद्दार ते 26वीं ते 27वीं तरमीम पास करान दे ने ते दुनिया पूरी पानी यकीन करो जवेद साहब तुहां तकिया ना अजे भी डुबे ने बंदे हुण सिर डुबदा पिया गुजरात पानी आया था गुजरात गवर्नमेंट पूरी जी गुजरात भी डूब गया फिर गुजरात भी डुब गया। गुजरात मेरा मुर्शद खाना है ते मेरे पीरां दे ना छोटे भाई ने ते बड़े दरवेश बंदे ने बड़े नेक ने ओ यकीन करो उन्हां दा मकान भी डुब गया ते मैं फोन किया मैं क्या सरकार तुहाडे मकान लगा ते शहर गुजरात पहला दा नाम है गुजरात रीजन सैलमा चौक पूरे गुजरात के बंदे मेरी आवाज सुनते हैं उस चौक का नाम मेरे मुर्शद पाक का नाम है शहनशाह वलायत चौक सुनते मेरी गल पे बेचारे वाले पास आ भी है ना तो पहले चौक हो पहले उसे रीजन सैलमा पग्गा वाला तो रीजन सैलमा चौक आते सवारी और रक्शे लानी है टांगे लानी है दूसरे रकम कोई टांगे ही चलते ज्यादा या रक्शे तो उन्होंने नाम पै गया मेरे मुर्शद पाक नाम से शहनशाह वलायत चौक ते शहनशाह वलायत चौक के नाल मेरे पीरां दा घर है। मैं क्या सरकार किन्ना की पानी है मैं कदे सोचा नहीं है कि गुजरात शहर च पानी बढ़ेगा तो मैनू फरमांदे ने पुत्र मेरी ड्यूटी तकी है मैं सरकार तकी और सरकार की ड्यूटी है ना कम अज कम 1.5 फुट चंगा पैर ऊंचा चुक के रखिए नहीं जवेद साहब ता ड्यूटी च बढ़ना होता बैठ के इतनी जी सरकार ने पहला अपने घर च भर्ती गल सुनो सरकार दे घर पानी आ गया यह भी वैसे अजीब गल है सरकार दे घर ते पानी नहीं सी आना चाहिए वो दिखा रहे ने टीवी ते कि कई मज़ार ऐसे ने लागो पानी लंघ गया तो खलोते दे ने कई तो रुड़ गए ने मगर 2-4-10 जेडे खलोते ने वो सोशल मीडिया ते फोटोआं चलदियां पियां ने उन्हां मज़ारां दियां। मैं अर्ज कर लेता जवेद साहब जेडे अल्लाह दे वली ने नहीं पावर है गल दूजी छेड़ देना मेरे मुर्शदाबाद दरबार हुण भी जे सारे उत्थे नब जोड़ियां दे सामने ने ज्यादा ना तो जो जोड़ियां जगह छदियां सारियां मेरे मुर्शदाबाद दरबार जे 1 इंच पानी नहीं गया बार बार ही रहा सारा ना मास्टर च पानी बढ़िया तो ना दरबार बढ़िया ये फिर शहर के विशकार घर है कर्मा लियो ते वली एक अद्धा ही हुंदा पूरे खानदान च 70 जी होण या 75 दोतरे पोतरे ते सारे वली ते ना हुंदे फिर कोई जिहड़ी है ना कर्मा लियो ये ते फिर जे इंज लभदियां कुर्बानियां जनता लभदियां ते हज़रत इमाम हुसैन नूं कोई शहीद कर सकदे आ बंदा अच्छा हुण पानी रोक सकदे आ 18 मिनट हो गए ने बड़ा मेरा हाल अज टाइम देता तुहानूं फिर कर लांगे कल भी इतवार कल भी करांगे कल टाइम देना ते कल मैनूं टोकना नहीं कोई होर गल नहीं पुछनी कल मैं सिर्फ गल करनी है जेड़ा जुल्म बर्बरियत होंदी है पाकिस्तान जितनी कीती है सिंध वालियां ते पंजाब वालियां ने जो कुछ अवाम नाल होया है जे अवाम जिहड़ी इन्हां कोल ओह इंतकाम ना ले कि सदियां याद रखन और इन्हां बंदियां चों जिहड़े इस वेले हुकूमत च बैठे ने ते भावें जिहड़े
जनाब जी जिम्मेदार बैठे ने फौज काहदे वास्ते रखी है चलो साडी फौज 20 मिनट हो जाने ने कल करांगे किन्ने जवेद साहब किन्ने मना कीता क्यों नहीं फौज अपनी उन्हां बंदियां नूं चलो फौजी तो क्या जी हाँ जी कल करांगे ठीक है अस्सलाम वालेकुम व रहमतुल्लाह ना चैनल को सब्सक्राइब करे जुड़े